कामे की सेज भी है, स्टेज भी क्या है। जिस तरह दृष्टमान दे विच नाटककार नाटक की रचना करदा, ਉਹਦੇ ਵਿੱਚ ਵੱਖ-ਵੱਖ ਰੋਲ ਦਿੱਤੇ ਜਾਂਦੇ ਨੇ। ਨਾਟਕ ਦੇ ਵਿੱਚ ਇੱਕ ਨਾਇਕ ਹੁੰਦਾ, ਇੱਕ ਖਲਨਾਇਕ ਹੁੰਦਾ। ਖਲਨਾਇਕ ਜੋ ਹੈ ਉਸ ਦੇ ਵਿੱਚ, ਨਾਟਕ ਦੇ ਵਿੱਚ ਦੂਸਰਿਆਂ 'ਤੇ ਜ਼ੋਰ ਜ਼ੁਲਮ ਕਰਦਾ, ਦੂਸਰਿਆਂ ਧਨ ਲੁੱਟਦਾ। ਧਨ ਲੁੱਟ ਕੇ ਕਹਿੰਦੇ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਦਾ। ਔਰ ਨਾਇਕ ਜੋ ਹੈ ਸਾਰੇ ਇਸ ਨਾਟਕ ਦੇ ਵਿੱਚ ਉਹਦੇ ਜ਼ੁਲਮ ਸਹਿੰਦਾ, ਦੁੱਖ ਭੋਗਦਾ, ਪਰ ਅੰਤ ਵਿੱਚ ਜਾ ਕੇ ਉਹ ਸਾਰਾ ਹਿਸਾਬ ਉਸ ਖਲਨਾਇਕ ਤੋਂ ਲੈ ਲੈਂਦਾ ਨਾਇਕ। ਇਹ ਅੰਤ ਹੁੰਦਾ ਹੈ ਨਾਟਕ ਦਾ। ਇਸ ਤਰ੍ਹਾਂ ਸਾਡਾ ਜੋ ਜੀਵਨ, ਇਹ ਵੀ ਇੱਕ ਨਾਟਕ ਦੀ ਨਿਆਏ। ਜ਼ਿੰਦਗੀ ਇੱਕ ਨਾਟਕ ਹੈ, हम नाटक में काम करते हैं। इसनों रास मंडल क्या है? रास मंडल कीनो खारा, सगलियो साज रखियो पसारा, बहुविध रूप रंग अपारा, पेखे खुशी भोग निहारा, सब रस लैत बस नरारा। परमात्मा नाटक की रचना करके मन नूं अलग अलग रोल दिते हुए ने। जोत मन दी इक्को ही है। किसी नूं गुरमुख बनाता, किसी नूं मन ते खेल शुरू करके वख हो के कहते इस रसमान दा देखता पिया। जिस तरह दृष्टमान नाटक दे विच मनमुख जो है वो माया कतर करता है, भावें उसनूं दूसरिਆਂ ते जुल्म भी करना पवे, जोर जबरदस्ती करनी पवे, हर तरीके नाल वो धन इकट्ठा करदा। पर अंत समय कहते ਉਹਦਾ ਜਦੋਂ ਸਾਹ ਹੁੰਦਾ ਹੈ ਉਹਨੂੰ ਫਿਰ बड़े दुख सहने ਪੈਂਦੇ। गुरबाणी ਵਿੱਚ भी ਸਾਨੂੰ मनमुख ते गुरमुख ਦਾ ਭੇਦ ਦਿੱਤਾ कि अंत समय जो गुरमुख ਦਾ ਸਾਹ ਹੁੰਦਾ ਹੈ ਉਹ किस तरह ਜਾਂਦਾ संसार ਤੋਂ, किस तरह ਉਸਨੂੰ ਸਤਿਕਾਰ ਮਿਲਦਾ। और मनमुख जो है वो अंत समय दुख भोगता। भगत कबीर जी अपनी बाणी राही ऐसे मनमुख की कहानी सानू सुनाते हैं कि जो इत्थे आके संसार में परमात्मा नूं भुल गया, माया नाल प्यार पा लिया उसने। तो जदों माया नाल प्यार पै जांदा जीव लोभी हो जाता है। कहते लोभ की लहर जदों अंदर चलती है फिर वो जीव हल्के कुत्ते की न्याय हो जाता है तो अपने नहीं बख्शता। जिवें हल्के कुत्ता जिसने पालिया हुंदा है उन्होंने कट दिंदा। इस तरह कहते जो जीव लोभ चला गया वो भी कहते अपने का हक मारदा। लोभ लै सब स्वान हल्का, हल्को सवे बुगारे। कबीर जी कहते हुण इन्ना लोभी हो गया है, इसने लोगों का हक मारना शुरू कर दिता, जोर जुल्म करके धन लुटना शुरू किया इसने। तो इस तरह कहते उसने ठगियां ठोरियां नाल बहुत धन कमा लिया। वो करोड़पति बन गया, पैसा कमा के हुण संसार विच अपनी इज्जत भी बनाना चाहता है। कहते हुण लिबास इसने धार्मिक पहन लिया, तीर्थां ते जांदा है, उत्थे जाके लंगर लगाउंदा है, सेवा करता है। कहते गरीबां दी बहुत सारे धर्म स्थान बनाए इसने, तो बहुत पैसा लोगों को दिता है कहते काम चलाउण वास्ते। पर कहते इहदा मन चंचल है, काम इहदे मनमुखां वाले ने। ये क्लबां विच जांदा, शराब पींदा, जुआ खेलदा, बदफेलियां करदा। लोग इहदे बारे जानते हैं पर जानते हुए इहदे खिलाफ नहीं बोलते, क्योंकि इसने बदमाश रखे ने तो किसी का भी नुकसान कर सकता। तो महाराज कहते ऐसा जीव भावें 18 तीर्थां ते स्नान कर ले
ਉਹਦਾ ਮਨ ਮੈਲਾ ਹੀ ਰਹੇਗਾ। ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ, 68 ਤੀਰਥ ਜੇ ਨਾਵੇ, ਉਤਰੇ ਨਾ ਹੀ ਮੈਲ। ਕਹਿੰਦੇ ਮਨ ਦੀ ਮੈਲ ਨਹੀਂ ਉਤਰਦੀ ਐਸੇ ਜੀਵ ਦੀ, ਕਿਉਂਕਿ ਮਨ ਵਾਸਤੇ ਤੀਰਥ ਅੰਦਰ ਬਣਿਆ ਅਤੇ ਮਨਮੁਖ ਨੂੰ ਉਸਦਾ ਭੇਦ ਨਹੀਂ ਹੁੰਦਾ। ਹੁਣ ਭਗਤ ਕਬੀਰ ਜੀ ਕਹਿੰਦੇ ਇਹ ਮਨਮੁਖ ਜੋ ਹੈ ਪਿੰਡਾਂ ਦੇ ਵਿੱਚ ਕਿਸੇ ਤੋਂ ਆਪਣਾ ਅਮੂਲ, ਕਿਸੇ ਤੋਂ ਵਿਆਜ ਇਕੱਠਾ ਕਰਦਾ ਫਿਰ ਰਿਹਾ, ਔਰ ਇੰਨੇ ਨੂੰ ਕਹਿੰਦੇ ਪਰਮਾਤਮਾ ਨੂੰ ਦਿੱਤਾ ਹੋਇਆ ਸਮਾਂ ਇਹਦਾ ਪੂਰਾ ਹੋ ਗਿਆ। ਉਹ ਜਨਮ ਸਮੇਂ ਜੋ ਚਿੱਠੀ ਪਰਵਾਨਾ ਲਿਖਿਆ ਜਾਂਦਾ ਕਿ ਜੀਵ ਇੰਨਾ ਸਮਾਂ ਸੰਸਾਰ ਵਿੱਚ ਰਹੇਗਾ, ਕਹਿੰਦੇ ਦਰਗਾਹ ਦੇ ਵਿੱਚ ਉਹ ਚਿੱਠੀ ਹੁਣ ਪਾੜ ਦਿੱਤੀ ਗਈ, ਜਿਸ ਨੂੰ ਮਹਾਰਾਜ ਗੁਰਬਾਣੀ ਸਮਝਾਉਂਦੇ ਨੇ, ਜਿਨ ਕੀ ਚੀਰੀ ਦਰਗੇ ਪਾਟੀ ਤਿੰਨਾ ਮਰਨਾ ਪਾਈ। ਕਹਿੰਦੇ ਜਿਨ੍ਹਾਂ ਦੀ ਚਿੱਠੀ ਪਾੜ ਦਿੱਤੀ ਜਾਂਦੀ ਉਹਨਾਂ ਨੂੰ ਸੰਸਾਰ ਤੋਂ ਜਾਣਾ ਪੈਂਦਾ ਹੈ। ਹੁਣ ਨਵਾਂ ਹੁਕਮਨਾਮਾ ਦੇ ਕੇ ਜਮਾਂ ਦੇ ਹੱਥ ਸੁਨੇਹਾ ਇਸ ਨੂੰ ਭੇਜ ਦਿੱਤਾ ਕਿ ਵਾਪਸ ਆ ਜਾ, ਤੇਰੇ ਸਵਾਸਾਂ ਦਾ ਹਿਸਾਬ ਹੋਣਾ ਹੈ, ਕਿੱਥੇ ਕਿੱਥੇ ਖਰਚ ਕੀਤੇ ਨੇ। ਜਮ ਆ ਕੇ ਹੁਣ ਇਹਨੂੰ ਚਿੱਠੀ ਪੜ੍ਹ ਕੇ ਸੁਣਾ ਰਹੇ ਨੇ। ਅਮਲ ਸਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤਾਂ ਖੱਟਿਆ ਕਹਾਂ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ। ਕਹਿੰਦੇ ਚੱਲ ਕੇ ਹੁਣ ਹਿਸਾਬ ਦੇ ਕਿ ਤੂੰ ਕਿੱਥੇ ਇਹ ਸਵਾਸ ਖਰਚ ਕੀਤੇ ਹੈ, ਕੀ ਕਮਾਇਆ ਹੈ, ਕੀ ਗਵਾਇਆ ਹੈ। ਪਰ ਕਹਿੰਦੇ ਇਹਦਾ ਮਨ ਅਜੇ ਸੁੱਤਾ ਹੋਇਆ, ਮਾਇਆ ਦਾ ਨਸ਼ਾ ਚੜ੍ਹਿਆ ਨੂੰ, ਅਤੇ ਜਮਾਂ ਦੀ ਕਹਿੰਦੇ ਕੋਈ ਗੱਲ ਵਾਲੇ ਨੇ ਧਿਆਨ ਨਹੀਂ ਦਿੱਤਾ। ਇਹ ਅਣਸਮਝ ਦੀਆਂ ਨਿਸ਼ਾਨੀਆਂ ਨੇ ਜਦੋਂ ਥੋੜ੍ਹੇ ਸਵਾਸ ਬਚੇ ਹੁੰਦੇ ਨੇ। ਜਦੋਂ ਕਹਿੰਦੇ ਇਸਨੇ ਧਿਆਨ ਨਾ ਦਿੱਤਾ, ਫਿਰ ਉਹਨਾਂ ਨੇ ਮਾਇਆ ਦੀ ਨੀਂਦ ਵਿੱਚੋਂ ਜਗਾਉਣ ਵਾਸਤੇ ਇਹਦੇ ਸਿਰ ਵਿੱਚ ਡੰਡਾ ਮਾਰਿਆ। ਜਮ ਕੋ ਡੰਡ ਪਰਿਓ ਸਿਰ ਉੱਪਰ, ਤਬ ਸੋਵਤ ਹੈ ਜਾਗਿਓ। ਜਮਾਂ ਦਾ ਡੰਡਾ ਪੈਂਦੇ ਕਹਿੰਦੇ ਮਨ ਜਾਗ ਗਿਆ। ਜਦੋਂ ਜਾਗਦਾ ਹੈ ਮਨ, ਫਿਰ ਜਮ ਦਿਸਦੇ ਨੇ। ਕਹਿੰਦੇ ਸੁੱਖ ਹੁੰਦੇ ਨੇ ਇਹ ਮਨ ਜਾਗਣ 'ਤੇ ਦਿਸਦੇ ਨੇ। ਗੁਰਮੁਖ ਆਪਣਾ ਪਹਿਲੇ ਮਨ ਜਗਾ ਲੈਂਦੇ ਨੇ ਗੁਰੂ ਦੇ ਰਾਹੀਂ, ਅਤੇ ਮਨਮੁਖ ਦਾ ਮਨ ਜਿਹੜਾ ਹੈ ਉਹ ਜਮਾਂ ਰਾਹੀਂ ਜਾਗਦਾ ਜਦੋਂ ਡੰਡਾ ਮਾਰਦੇ ਨੇ। ਜਿਵੇਂ ਕਹਿੰਦੇ ਮਨ ਜਾਗਿਆ, ਹੁਣ ਜਮਾਂ ਨੂੰ ਦੇਖਦਾ ਅਤੇ ਉਹਨਾਂ ਨੂੰ ਪੁੱਛਦਾ ਕਿ ਮੈਂ ਕਿੱਥੇ, ਕਹਾਂ ਹੋ ਤਬ ਕੇ ਪਛਤਾਏ ਛੂਟਤ ਨਾਹਿਨ ਭਾਗਿਓ। ਉਹ ਕਹਿੰਦੇ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ, ਤੈਨੂੰ ਦਿੱਤਾ ਹੋਇਆ ਸਮਾਂ ਪੂਰਾ ਹੋ ਗਿਆ, ਹੁਣ ਚੱਲ ਕੇ ਹਿਸਾਬ ਦੇ ਇਸ ਸਵਾਸਾਂ ਨਾਲ ਕਿੱਥੇ ਕਿੱਥੇ ਖਰਚ ਕੀਤੇ। ਕਹਿੰਦੇ ਅਜੇ ਵੀ ਇਹਦਾ ਮਾਇਆ ਦਾ ਜੋ ਨਸ਼ਾ ਹੈ ਉਤਰਿਆ ਨਹੀਂ, ਅਤੇ ਉਹਨਾਂ ਨੂੰ ਬੇਨਤੀ ਕਰਨ ਲੱਗਾ ਕਿ ਮੇਰੇ ਕੁਛ ਪਿੰਡ ਰਹਿ ਗਏ ਨਿਗਰਾਈ ਕਰਨ ਵਾਲੇ, ਉਹ ਮੈਨੂੰ ਕਰ ਲੈਣ ਦਿਓ, ਉਹਦੇ ਵਿੱਚੋਂ ਜੋ ਵੀ ਧਨ ਮੈਨੂੰ ਮਿਲੇਗਾ ਤੁਹਾਨੂੰ ਵੀ ਬਤੌਰ ਰਿਸ਼ਵਤ ਦੇਵਾਂਗਾ, ਅਤੇ ਫਿਰ ਸਵੇਰੇ ਨਮਾਜ਼ ਪੜ੍ਹ ਕੇ ਤੁਹਾਡੇ ਨਾਲ ਚੱਲਣਾ। ਕਿਵੇਂ ਬੇਨਤੀ ਕਰ ਰਹੇ ਹਾਂ, ਕਰੂੰ ਅਰਦਾਸ ਗਾਮ ਕਿਛ ਬਾਕੀ, ਲੇਹੋ ਨਵੇਰ ਆਜ ਕੀ ਰਾਤੀ, ਕਿਸੇ ਖਰਚ ਤੁਮਾਰਾ ਸਾਰੋ, ਸੁਵੇ ਨਵਾਜ਼ ਸਰਾਏ ਗੁਜ਼ਾਰ। ਜਮ ਕਹਿੰਦੇ ਛੱਡਦੇ ਹੁਣ ਇਹਨਾਂ ਗੱਲਾਂ ਨੂੰ, ਬਹੁਤ ਸਮਾਂ ਤੈਨੂੰ ਦਿੱਤਾ ਸੀ ਨਮਾਜ਼ ਪੜ੍ਹਨ ਵਾਸਤੇ, ਉਦੋਂ ਪੜ੍ਹੀ ਨਹੀਂ, ਹੁਣ ਅੱਗੇ ਲੱਗ ਕੇ ਚੱਲ ਪਾ ਅਤੇ ਸਵਾਸਾਂ ਦਾ ਹਿਸਾਬ ਦੇ। ਫਿਰ ਕਹਿੰਦੇ ਜਮਾਂ ਨੇ ਹੁਣ ਉਹ ਜੋ ਗੰਢ ਸਾਡੀ ਨਾਭੀ 'ਤੇ ਨਾਮ 'ਤੇ ਪਾਉਣ ਦੀ ਬੰਨ੍ਹੀ ਹੋਈ, ਇਹ ਕਦੋਂ ਵੱਜਦੀ ਹੈ, ਜਦੋਂ ਬੱਚੇ ਦਾ ਇਹ ਸਰੀਰ ਮਾਤਾ ਦੇ ਘਰ 'ਚ ਬਣਦਾ। ਪਹਿਲਾਂ ਜੋਤ ਅੰਦਰ ਆਉਂਦੀ ਹੈ, ਉਹਦੇ ਨਾਲ ਪੌਣ ਤੱਤ ਦੀ ਗੰਢ ਬੰਨ੍ਹੀ ਜਾਂਦੀ ਹੈ, ਜਿਸ ਨੂੰ ਕਹਿੰਦੇ ਮੂਲ ਦੁਆਰੇ ਬੰਧਿਆ ਬੰਦ। ਫਿਰ ਇਹ ਤੱਤ ਉੱਤੇ ਪਰੋਏ ਜਾਂਦੇ ਨੇ ਨਾਮ 'ਤੇ, ਇਸ ਤਰ੍ਹਾਂ ਕਾਰ ਤਿਆਰ ਹੁੰਦਾ। ਅਤੇ ਜਦੋਂ ਸਮਾਂ ਪੂਰਾ ਹੁੰਦਾ ਉਸ ਗੰਢ ਨੂੰ ਖੋਲ੍ਹ ਦਿੰਦੇ ਨੇ, ਨਾਮ ਦੇ ਨਾਲ ਤੱਤਾਂ ਦਾ ਸੰਪਰਕ ਟੁੱਟ ਜਾਂਦਾ। ਹੁਣ ਉਹਨਾਂ ਨੇ ਗੰਢ ਖੋਲ੍ਹ ਦਿੱਤੀ ਅਤੇ ਕਹਿਣ ਲੱਗੇ ਵੀ ਪ੍ਰਮਾਤਮਾ ਦਾ ਹੁਕਮ ਆ ਗਿਆ, ਚੱਲ ਹੁਣ ਖੁੱਲ੍ਹੀ ਗੰਢ ਉੱਠੋ ਲਿਖਿਆ ਆਇਆ ਰਾਮ। ਜਿਵੇਂ ਹੁਣ ਗੰਢ ਖੁੱਲ੍ਹੀ, ਮਨ ਜਿਹੜਾ ਪਾਉਣ ਤੋਂ ਵੱਖ ਹੋ ਗਿਆ। ਨਾਮ ਤੋਂ ਤਾਂ ਪਹਿਲਾਂ ਹੀ ਟੁੱਟਿਆ ਸੀ, ਪਾਉਣ ਦੇ ਸਹਾਰੇ ਖੇਲ ਲਿਆ ਸੀ ਸਰੀਰ ਵਿੱਚ,
ਹੁਣ ਪਾਉਣ ਤੇ ਇਸਨੂੰ ਵੱਖ ਕਰ ਦਿੱਤਾ ਤੇ ਇਹ ਨਾਮ ਤੇ ਪਾਉਣ ਤੋਂ ਵੱਖ ਹੋ ਕੇ ਖੜਾ ਹਾਂ। ਉਹ ਜਿਹੜੇ ਤੱਤ ਸੀ, ਨਾਮ ਜਿਹੜਾ ਸੀ, ਉਸਨੇ ਛੱਡਣੇ ਸ਼ੁਰੂ ਕੀਤੇ ਜੋ ਚ ਪਰੋਏ ਹੋਏ ਸੀ। ਪਹਿਲਾਂ ਪੌਣ ਤੱਤ ਨੂੰ ਛੱਡਿਆ ਉਸਨੇ, ਪੌਣ ਹੁਣ ਅੰਦਰ ਨਹੀਂ ਜਾ ਰਹੀ। ਉਸ ਤੋਂ ਬਾਅਦ ਮਿੱਟੀ ਤੱਤ ਨੂੰ ਛੱਡਿਆ। ਮਿੱਟੀ ਕਹਿੰਦੇ ਅੰਦਰ ਖਿਲ ਕੇ ਸੂਖਮ ਵਿੱਚ ਹੀ ਅੰਤ ਸਮੇਂ ਬੀਤਦੀ ਹੈ। ਫਿਰ ਕਹਿੰਦੇ ਉਸਨੇ ਅਗਨ ਤੱਤ ਨੂੰ ਛੱਡਿਆ ਨਾਮ ਨੇ। ਕਹਿੰਦੇ ਅਗਨ ਮਿੱਟੀ ਤੇ ਆ ਡਿੱਗੀ ਤੇ ਭਾਂਬੜ ਮੱਚਣ ਲੱਗੀ। ਉਸ ਤੋਂ ਬਾਅਦ ਪਾਣੀ ਤੱਤ ਨੂੰ ਛੱਡਿਆ, ਪਾਣੀ ਅਗਨ ਉੱਤੇ ਆ ਡਿੱਗਿਆ, ਉਬਾਲਾ ਖਾ ਕੇ ਇੱਕ ਨਦੀ ਦਾ ਰੂਪ ਧਾਰਨ ਕਰ ਲਿਆ, ਜਿਸ ਨੂੰ ਗੁਰਬਾਣੀ ਵਿੱਚ ਵਿਮਲ ਨਦੀ ਕਿਹਾ। ਆਗੇ ਵਿਮਲ ਨਦੀ ਅਗਲ ਵਿੱਚ ਝੇਲਾ, ਤਿੱਥੇ ਅਵਰ ਨ ਕੋਈ ਜੀਉ ਅਕੇਲਾ। ਪੜ ਪੜ ਅਗਮ ਸਾਗਰ ਦੇ ਲਹਿਰੇ, ਪੜ ਦੱਜੇ ਮਨਮੁਖ ਤਾਹੇ। ਹੁਣ ਇਹ ਮਨਮੁਖ ਜੋ ਮਨ ਹੈ, ਇਸ ਨੂੰ ਕੱਢਣਾ ਦੇ ਵਿੱਚ, ਇਹ ਹੁਣ ਵੱਖਰਾ ਖੜਾ ਹੈ ਤੇ ਅੰਦਰ ਆਪਣੇ ਇਸ ਕਾਇਆ ਨੂੰ ਢਹਿ ਢੇਰੀ ਹੁੰਦਾ ਦੇਖ ਰਿਹਾ ਹੈ। ਕਹਿੰਦੇ ਨਾਮ ਤੋਂ ਬਿਨਾਂ ਹੁਣ ਇਹਦੀ ਬੇਇੱਜ਼ਤੀ ਹੋਏਗੀ ਇੱਥੇ। ਕਾਇਆ ਨਗਰ ਢਹਿ ਢੇਰੀ ਬਿਨ ਸ਼ਬਦੇ ਪਤ ਜਾਈ। ਸਾਰੀ ਉਮਰ ਮਨਮੁਖ ਬਣਿਆ ਰਿਹਾ, ਨਾਮ ਦਾ ਭੇਦ ਨਹੀਂ ਰਿਹਾ। ਤੇ ਹੁਣ ਕਹਿੰਦੇ ਨਾਮ ਤੋਂ ਵੀ ਟੁੱਟ ਗਿਆ ਹੈ ਤੇ ਪਾਉਣ ਤੋਂ ਵੀ ਵੱਖਰਾ ਖੜਾ। ਪਰਮਾਤਮਾ ਨੇ ਜਮਾਂ ਨੂੰ ਹੁਕਮ ਕੀਤਾ ਕਿ ਇਹ ਮੇਰਾ ਬੱਚਾ ਹੈ। ਮੈਂ ਆਪਣੇ ਤੋਂ ਵੱਖ ਕਰਕੇ ਇਹਨੂੰ ਭੇਜਿਆ ਸੀ ਸੰਸਾਰ ਵਿੱਚ, ਤੇ ਸਾਰੀ ਉਮਰ ਮੈਨੂੰ ਆਵਾਜ਼ਾਂ ਮਾਰਦਾ ਰਿਹਾ, ਮੇਰੇ ਮਨ ਪਰਦੇਸੀ ਵੀ ਪਿਆਰੇ ਆਓ ਕਰੀ। ਇਹ ਘਰ ਨਹੀਂ ਆਇਆ। ਅੰਸਰ ਮੈਂ ਇੱਕ ਆਵਾਜ਼ ਇਹਨੂੰ ਹੋਰ ਮਾਰਾਂਗਾ, ਹੋ ਸਕਦਾ ਮੇਰੀ ਆਵਾਜ਼ ਸੁਣ ਕੇ ਘਰ ਆ ਜਾਏ ਤੇ ਤੁਸੀਂ ਇਹ ਗੰਢ ਖੋਲ੍ਹ ਕੇ ਦੂਰ ਚਲੇ ਜਾਓ। ਜਿੱਥੇ ਤੱਕ ਮੇਰੀ ਆਵਾਜ਼ ਆਉਂਦੀ ਹੈ, ਉਸ ਆਵਾਜ਼ ਤੋਂ ਦੂਰ ਚਲੇ ਜਾਓ ਤਾਂ ਕਿ ਤੁਹਾਨੂੰ ਇਹ ਦੇਖ ਨਾ ਸਕੇ। ਤਾਂ ਕਹਿੰਦੇ ਜਮ ਜਿਹੜੇ ਨੇ ਉਹ ਪਰਮਾਤਮਾ ਦੇ ਹੁਕਮ ਵਿੱਚ ਨੇ, ਉਹ ਗੰਢ ਖੋਲ੍ਹ ਕੇ ਦੂਰ ਚਲੇ ਗਏ। ਆਫਰਿਓ ਜਮ ਮਾਰਿਆ ਨਾ ਜਾਏ, ਗੁਰ ਕੇ ਸ਼ਬਦੇ ਨੇੜ ਨਾ ਆਏ। ਸ਼ਬਦ ਸੁਣੇ ਤਾਂ ਦੂਰੋਂ ਭਾਗੇ, ਮਤ ਮਾਰੇ ਹਰ ਜੀਉ ਵੀ ਪਰਵਾਹ ਹੈ। ਕਿਉਂਕਿ ਉਹਨਾਂ ਨੂੰ ਡਰ ਹੈ ਕਿ ਜੇ ਪਰਮਾਤਮਾ ਦਾ ਹੁਕਮ ਨਾ ਮੰਨਿਆ ਸਾਨੂੰ ਸਜ਼ਾ ਮਿਲੇਗੀ। ਉਹ ਕਹਿੰਦੇ ਗੰਢ ਖੋਲ੍ਹ ਕੇ ਦੂਰ ਚਲੇ ਗਏ। ਹੁਣ ਪਰਮਾਤਮਾ ਕਹਿੰਦੇ ਬੋਲਿਆ, ਸਾਰੀ ਉਮਰ ਸਹਿਜ ਵਿੱਚ ਬੋਲਦਾ ਰਿਹਾ, ਹੁਣ ਪੂਰੇ ਜ਼ੋਰ ਨਾਲ ਆਵਾਜ਼ ਮਾਰੀ। ਆਨੰਦ ਰੂਮ ਕਹਿੰਦੇ ਪਰਮਾਤਮਾ ਕਿਵੇਂ ਬੋਲਦਾ। ਪੰਚੇ ਸ਼ਬਦ ਵੱਜੇ ਮਤ ਗੁਰਮਤ, ਬੜ ਭਾਗੀ ਆਨੰਦ ਵੱਜਿਆ। ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗੱਜਿਆ। ਕਹਿੰਦੇ ਪੂਰੀ ਤਰ੍ਹਾਂ ਗੱਜਿਆ ਹੁਣ ਪਰਮਾਤਮਾ। ਹੁਣ ਜਿੰਦੇ ਵੀ ਜਿਵੇਂ ਹੀ ਕਹਿੰਦੇ ਆਵਾਜ਼ ਆਈ, ਇਹ ਮਨਮੁਖ ਨੇ ਕਦੇ ਆਵਾਜ਼ ਸੁਣੀ ਨਹੀਂ ਸੀ। ਇਹ ਉਸ ਆਵਾਜ਼ ਤੋਂ ਡਰਦਾ ਹੀ ਕਹਿੰਦੇ ਜਮਾਂ ਕੋਲੇ ਭੱਜ ਗਿਆ। ਤੇ ਜਮਰਾਜ ਨੂੰ ਪਤਾ ਚੱਲ ਗਿਆ ਕਿ ਨਾਮ ਤੋਂ ਹੀਣ ਹੈ, ਇਹ ਆਪਣੇ ਪਿਓ ਦੀ ਆਵਾਜ਼ ਨਹੀਂ ਪਛਾਣਦਾ ਹੈ। ਉਹਨੇ ਜਮਾਂ ਨੂੰ ਹੁਕਮ ਕੀਤਾ ਕਿ ਇਹਨੂੰ ਹੁਣ ਬੇਇੱਜ਼ਤੀ ਕਰਕੇ ਲਿਜਾਣਾ ਹੈ। ਦੂਤਾਂ ਨੂੰ ਫਰਮਾਇਆ, ਲੈ ਚੱਲੇ ਪੱਤ ਗਵਾਏ। ਹੁਣ ਕਹਿੰਦੇ ਉਸ ਨਦੀ ਦੇ ਕਿਨਾਰੇ ਤੇ ਖੜਾ ਕਰ ਲਿਆ ਸੀ। ਇੱਥੋਂ ਦੀ ਇਹਨੂੰ ਕੱਢਣਾ। ਹੁਣ ਜਦੋਂ ਨਦੀ ਨੂੰ ਦੇਖਦਾ ਹੈ ਕਿ ਉਬਲਦਾ ਪਾਣੀ ਹੈ, ਅਗਨ ਕਹਿੰਦੇ ਸਾਹਮਣੇ ਦਿਖਾਈ ਦੇ ਰਹੀ, ਤੇ ਹੁਣ ਪਰਿਵਾਰ ਅੱਗੇ ਕਹਿੰਦੇ ਬੇਨਤੀਆਂ ਕਰਨ ਲੱਗਾ, ਮੈਨੂੰ ਬਚਾਓ। ਹੁਣ ਸਾਰੀ ਉਮਰ ਮੈਂ ਤੁਹਾਡੇ ਵਾਸਤੇ ਲੋਕਾਂ ਨਾਲ ਠੱਗੀਆਂ ਮਾਰਦਾ ਰਿਹਾ, ਲੋਕਾਂ ਧਨ ਲੁੱਟ ਕੇ ਲਿਆ ਕੇ ਤੁਹਾਨੂੰ ਖੁਸ਼ ਕਰਨ ਵਾਸਤੇ ਦਿੱਤਾ, ਤੇ ਹੁਣ ਮੇਰੇ ਤੇ ਮੁਸੀਬਤ ਬਣੀ ਹੈ, ਮੈਨੂੰ ਜਮਾਂ ਤੋਂ ਬਚਾਓ ਤੁਸੀਂ। ਪਰ ਕਹਿੰਦੇ ਉਹ ਵੀ ਸਾਰੇ ਸੁੱਤੇ ਨੇ, ਇਹਦੀ ਮ੍ਰਿਤਕ ਦੇਹ ਕੋਲੇ ਕਹਿੰਦੇ ਰੋ ਤਾਂ ਰਹੇ ਨੇ ਬੈਠੇ, ਪਰ ਇਹਦੀ ਸਹਾਇਤਾ ਵਾਸਤੇ, ਇਹਨੂੰ ਛੁਡਾਉਣ ਵਾਸਤੇ ਕੋਈ ਨਹੀਂ ਆਇਆ। ਤੇ ਪਛਤਾਵੇ ਵਿੱਚ ਕੀ ਕਹਿੰਦਾ ਹੈ ਕਬੀਰ, ਹਰ ਕਾ ਸਿਮਰਨ ਛੱਡ ਕੇ ਪਾਲੇ ਬਹੁਤ ਕੰਮ, ਧੰਦਾ ਕਰਦਾ ਰਹਿ ਗਿਆ ਪਾਈ ਰਿਹਾ ਨਾ ਬੰਦ। ਕਹਿੰਦੇ ਇਹਨਾਂ ਵਾਸਤੇ ਮੈਂ ਕਹਿੰਦੇ ਲੋਕਾਂ ਨੂੰ ਠੱਗੀਆਂ ਮਾਰੀਆਂ, ਕੋਈ ਸਾਥ ਨਹੀਂ ਦੇ ਰਿਹਾ ਮੇਰਾ। ਫਿਰ ਆਪਣੇ ਦੋਸਤਾਂ ਨੂੰ ਬੇਨਤੀ ਕਰਦਾ ਕਿ ਜੇ ਪਰਿਵਾਰ ਨਹੀਂ ਮੇਰੀ ਕੋਈ ਕਰ ਰਿਹਾ ਮਦਦ, ਤੁਸੀਂ ਮੇਰੇ ਮਿੱਤਰ ਹੋ, ਤੁਹਾਡੇ ਨਾਲ ਕਹਿੰਦੇ ਮੈਂ ਦੱਸੋ ਕੀ ਨਹੀਂ ਕੀਤਾ। ਆਪਾਂ ਕਲੱਬਾਂ ਵਿੱਚ ਜਾਂਦੇ ਰਹੇ,
ਉੱਥੇ ਸ਼ਰਾਬਾਂ ਪੀਤੀਆਂ, ਜੂਏ ਖੇਲੇ, ਸਭ ਕੁਝ ਕੀਤਾ। ਤੇ ਜੇ ਪਰਿਵਾਰ ਨਹੀਂ ਛਡਾਉਂਦਾ, ਤੁਸੀਂ ਮਿੱਤਰੋ ਤੁਸੀਂ ਮੇਰੀ ਮਦਦ ਕਰਦੇ ਹੋ। ਕਹਿੰਦੇ ਉਹ ਮਨ ਉਹਨਾਂ ਦੇ ਵੀ ਸੁੱਤੇ ਹੋਏ ਨੇ, ਉਹਨਾਂ ਨੂੰ ਨਹੀਂ ਪਤਾ ਕਿ ਅੰਦਰ ਇਹਦੇ ਨਾਲ ਕੀ ਬੀਤ ਰਹੀ। ਅਫਸੋਸ ਤਾਂ ਕਰ ਰਹੇ ਕਿ ਸਾਡਾ ਯਾਰ ਚਲਾ ਗਿਆ, ਪਰ ਮਦਦ ਤੇ ਕੋਈ ਨਹੀਂ ਪਹੁੰਚਿਆ। ਤੇ ਫਿਰ ਪਛਤਾਵੇ ਵਿੱਚ ਕੀ ਕਹਿੰਦਾ, ਕਬੀਰ ਦੀਨ ਗਵਾਇਆ ਦੁਨੀ ਸੋ, ਦੁਨੀ ਨੇ ਚਾਲੀ ਸਾਥ ਪਾਏ ਕੁਆੜਾ ਮਾਰਿਆ, ਗਾਫਲ ਆਪਣੇ ਆਪ। ਜਦੋਂ ਕੋਈ ਵੀ ਕਹਿੰਦੇ ਇੱਥੇ ਨਾ ਆਇਆ ਮਦਦ ਤੇ, ਫਿਰ ਪਛਤਾਵੇ ਵਿੱਚ ਕਹਿੰਦਾ ਇਹਨਾਂ ਪਿੱਛੇ ਕਹਿੰਦੇ ਮੈਂ ਆਪਣਾ ਜੀਵਨ ਵਿਅਰਥ ਗਵਾ ਲਿਆ। ਮਾਰੇ ਕਹਿੰਦੇ ਹੁਣ ਇਸ ਕਿਨਾਰੇ ਤੇ ਸੰਸਾਰ ਦਾ ਕੋਈ ਜੀਵ ਕਹਿੰਦੇ ਸਹਾਇਤਾ ਨਹੀਂ ਕਰ ਸਕਦਾ। ਜੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੁਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੇ, ਤਾਂ ਕੇਵਲ ਨਾਮ ਸੰਗ ਤੇਰੇ ਚੱਲੇ। ਇੱਥੇ ਹੁਣ ਕਹਿੰਦੇ ਨਾ ਮਾਤਾ, ਨਾ ਪਿਤਾ, ਨਾ ਭੈਣ ਭਰਾ, ਨਾ ਸੰਗੀ ਸਾਥੀ, ਕੋਈ ਜੀਵ ਦੀ ਮਦਦ ਨਹੀਂ ਕਰ ਸਕਦਾ। ਇੱਥੇ ਮਦਦ ਕਰਨੀ ਸੀ ਨਾਮ ਨੇ, ਪਰ ਨਾਮ ਦਾ ਤਾਂ ਇਸਨੂੰ ਭੇਦ ਹੀ ਨਹੀਂ ਆਇਆ। ਸਾਰੀ ਉਮਰ ਇਸਨੇ ਸੰਗਤ ਨਹੀਂ ਕੀਤੀ, ਗੁਰੂ ਦੀ ਸ਼ਰਨ ਵਿੱਚ ਨਹੀਂ ਗਿਆ, ਆਪਣੀ ਮੱਤ ਦੁਆਰਾ ਵਿਚਰਦਾ ਰਿਹਾ। ਤੇ ਹੁਣ ਕਹਿੰਦੇ ਕੋਈ ਇਹਨੂੰ ਬਚਾਉਣ ਵਾਲਾ ਨਹੀਂ ਹੋਣਾ, ਇਹਦੇ ਵੇਦੇ ਨੂੰ ਕੱਢਣਾ। ਹੁਣ ਇੱਥੇ ਕਹਿੰਦੇ ਹੁਣ ਇਹਦੀ ਅਮੀਰੀ ਦਾ ਪਤਾ ਲੱਗੇਗਾ। ਜਿੱਥੇ ਸਹਿਰ ਲੰਘਣਾ ਅਗਨ ਪਾਣੀ ਅਸਗਾ, ਕੰਧੀ ਦਿਸ ਨਾ ਆਵੇ ਧਾਈ ਪਏ ਕਹਾ। ਨਾਨਕ ਉੱਥੇ ਜਾਣੀਏ ਸ਼ਾਹ ਕਈ ਪਾਤਸ਼ਾਹ। ਕਹਿੰਦੇ ਅਸਲੀ ਸਰਦਾਰੀ ਦਾ, ਅਸਲੀ ਸ਼ਾਹੂਕਾਰੀ ਦਾ ਤੇ ਇੱਥੇ ਪਤਾ ਚੱਲਦਾ ਜਦੋਂ ਇਸ ਨਦੀ ਦੇ ਕਿਨਾਰੇ ਤੇ ਜੀਵ ਨੂੰ ਖੜਾ ਕਰਦੇ ਨੇ। ਹੁਣ ਕਹਿੰਦੇ ਨਾਮ ਤਾਂ ਇਹਦੇ ਪੱਲੇ ਨਹੀਂ, ਇਹਨੂੰ ਹੁਣ ਨਦੀ ਦੇ ਵਿੱਚ ਦੀ ਲੈ ਗਏ ਨੇ ਖਿੱਚ ਕੇ, ਉਬਲਦੇ ਪਾਣੀ ਵਿੱਚ ਦੀ। ਤਸੱਦਦ ਕਰਦੇ ਹੋਏ ਧਰਮਰਾਜ ਦੀ ਕਚਹਿਰੀ ਵਿੱਚ ਲੈ ਗਏ। ਧਰਮਰਾਜ ਨੇ ਜਾਂਦੇ ਪੁੱਛਿਆ ਵੀ ਹਿਸਾਬ ਦੇ ਸਵਾਸਾਂ ਕਿੱਥੇ ਕਿੱਥੇ ਖਰਚ ਕੀਤੇ ਨੇ। ਮਾਨਵ ਕਹਿੰਦਾ ਵੀ ਮੈਨੂੰ ਤਾਂ ਕਿਸੇ ਨੇ ਦੱਸਿਆ ਨਹੀਂ, ਇਹਦਾ ਹਿਸਾਬ ਦੇਣਾ ਪੈਂਦਾ, ਮੈਂ ਤਾਂ ਸਾਰੇ ਉੱਥੇ ਗਵਾ ਕੇ ਆ ਗਿਆ। ਮਾਨਕ ਮੂਲ ਗਵਾਇਆ, ਦਰਗੇ ਮਿਲੇ ਸਜਾਏ। ਹੁਣ ਕਚਹਿਰੀ ਵਿੱਚ ਕੁੱਟ ਪੈਣ ਲੱਗੀ ਇਹਦੇ। ਮਾਨਵ ਖੱਗੇ ਲੇਖਾ ਮੰਗੀਏ, ਬਹੁਤੀ ਹੋਵੇ ਮਾਰ, ਉੱਥੇ ਹੱਥ ਨਾ ਅੱਪੜੇ, ਕੋਕ ਨਾ ਸੁਣੇ ਪੁਕਾਰ। ਕਹਿੰਦੇ ਸੰਸਾਰ ਦੇ ਕਿਸੇ ਜੀਵ ਦਾ ਹੱਥ ਨਹੀਂ ਪਹੁੰਚਦਾ ਉੱਥੇ, ਤੇ ਨਾ ਉਹਦੀ ਕਹਿੰਦੇ ਪੁਕਾਰ ਕੁਛ ਸੁਣਦਾ ਹੈ। ਇਹਦੇ ਹੁਣ ਕੁੱਟ ਪੈ ਰਹੀ ਉੱਥੇ। ਤੇ ਉਹ ਜਮ ਕਹਿਣ ਲੱਗੇ ਵੀ ਤੂੰ ਸਾਰੀ ਉਮਰ ਕਰਦਾ ਕੀ ਰਿਹਾ ਉੱਥੇ? ਉਹ ਕਹਿੰਦਾ ਜੀ ਮੈਂ ਕੁਲੀ ਬਣ ਕੇ ਭਾਰ ਢੋਂਦਾ ਰਿਹਾ। ਜਿਸ ਤਰ੍ਹਾਂ ਦ੍ਰਿਸ਼ਟਮਾਨ 'ਚ ਕੁਲੀ ਬੱਸ ਅੱਡੇ ਤੇ ਸਟੇਸ਼ਨਾਂ ਤੇ ਭਾਰ ਢੋਂਦੇ ਨੇ ਦੂਸਰੇ ਦਾ, ਉਹਨਾਂ ਨੂੰ ਸਿਰਫ ਕਿਰਾਇਆ ਮਿਲਦਾ। ਇਸ ਤਰ੍ਹਾਂ ਉਹ ਕਹਿੰਦਾ ਮੈਂ ਸਾਰੀ ਉਮਰ ਕੁੜੀ ਬਣ ਕੇ ਹੀ ਸੰਸਾਰ ਦਾ ਧਨ ਇਕੱਠਾ ਕਰਦਾ ਰਿਹਾ, ਤੇ ਮੈਨੂੰ ਤਾਂ ਉਹ ਮਿਲਿਆ ਜੋ ਮੈਂ ਖਾ ਲਿਆ ਤੇ ਹੰਢਾ ਲਿਆ। ਪਹਾੜੀ ਕੋ ਉਹ ਪਹਾੜਾ ਮਿਲਿਆ, ਉਹ ਸਗਲ ਪਇਓ ਬਿਰਾਨਾ। ਬਾਕੀ ਤਾਂ ਕਹਿੰਦੇ ਸਾਰਾ ਉਹਨਾਂ ਨੇ ਸਾਂਭ ਲਿਆ ਬਗਾਨਿਆਂ ਨੇ, ਮੇਰੇ ਪੱਲੇ ਉਹੀ ਆਇਆ ਜੋ ਮੈਂ ਸਾਰੀ ਉਮਰ ਵਿੱਚ ਖਾਧਾ ਤੇ ਹੰਢਾਇਆ। ਹੁਣ ਕਹਿੰਦੇ ਧਰਮਰਾਜ ਨੇ ਇਹਦੇ ਸਵਾਸਾਂ ਦੀ ਗਿਣਤੀ ਕੀਤੀ, ਸ਼ੁਰੂ ਕੀਤੀ, ਕਿੱਥੇ ਕਿੱਥੇ ਖਰਚ ਕੀਤੇ। ਤੇ ਉਹਨੇ ਵੱਖ ਵੱਖ ਪੰਡਾਂ ਬੰਨ੍ਹਤੀਆਂ ਜੋ ਇਸਨੇ ਸਤੋਗੁਣ ਤੇ ਖਰਚ ਕੀਤੇ ਸੀ। ਧਾਰਮਿਕ ਸਥਾਨਾਂ ਤੇ ਗਿਆ ਹੈ, ਉੱਥੇ ਪੁੰਨਦਾਨ ਕੀਤਾ ਸੀ। ਜੋ ਰਜੋਗੁਣ ਤੇ ਖਰਚ ਕੀਤੇ ਸੀ, ਧਨ ਕਮਾਉਂਦਾ ਰਿਹਾ। ਜੋ ਤਮੋਗੁਣ ਤੇ ਖਰਚ ਕੀਤੇ, ਜ਼ੁਲਮ ਕੀਤੇ ਜੋ ਇਸਨੇ, ਉਹ ਸਾਰੀਆਂ ਪੰਡਾਂ ਬੰਨ੍ਹ ਕੇ ਇਹਦੇ ਸਿਰ ਤੇ ਰੱਖਤੀਆਂ। ਕਹਿੰਦੇ ਚੱਲ ਹੁਣ ਤੇਰਾ ਹਿਸਾਬ ਜਿਹੜਾ ਨਾ ਸੱਚੇ ਦਰਬਾਰ ਵਿੱਚ ਹੋਏਗਾ। ਹੁਣ ਭਾਰ ਇਹਦੇ ਸਿਰ ਤੇ, ਪਿੱਛੇ ਜਮ ਨੇ ਡੰਡਾ ਲੈ ਕੇ ਚੱਲਦੇ ਨੇ। ਸਾਰੀ ਉਮਰ ਹਉਮੈ ਵਿੱਚ ਰਿਹਾ, ਮਾਇਆ ਦਾ ਨਸ਼ਾ ਚੜ੍ਹਿਆ ਰਿਹਾ ਨੂੰ। ਹੁਣ ਕਹਿੰਦੇ ਉਹ ਹਉਮੈ ਦਾ ਕੰਡਾ ਚੁੱਭਦਾ ਹੈ। ਜਦੋਂ ਝੁਕਦਾ ਪਿੱਛੋਂ ਡੰਡਾ ਮਾਰਦੇ ਨੇ। ਬੜੀ ਤਰਸਯੋਗ ਹਾਲਤ ਹੈ ਇਹਦੀ। ਕਹਿੰਦੇ ਸਾਕਤ ਹਰ ਸਾਧਨ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚਲੇ ਚੁਭੇ ਦੁੱਖ ਪਾਵੇ, ਜਮਕਾਲ ਸਹੇ ਸਿਰ ਡੰਡਾ ਹੈ। ਕਹਿੰਦੇ ਕੁੱਟਦੇ ਹੋਏ ਲੈ ਗਏ ਨੇ ਇਹਨੂੰ ਸੱਚੇ ਦਰਬਾਰ ਵਿੱਚ, ਜਾ ਕੇ ਖੜਾ ਕਰਤਾ, ਪੰਡਾਂ ਰਖਾਤੀਆਂ ਇੱਕ ਪਾਸੇ। ਤੇ ਇੱਥੇ ਹੁਣ ਇਹਦਾ ਹਿਸਾਬ ਹੋਣਾ ਹੈ। ਨਾਨਕ ਬੱਦਰਾ ਮਾਲਕਾ ਪੀਤਰ ਤਰਿਆਣ, ਖੋਟੇ ਖਰੇ ਪਰਖੀਆਂ ਸਾਹਿਬ ਕੇ ਦੀਵਾਨ। ਇੱਥੇ ਖੋਟੇ ਦੇ ਖਰੇ ਦੀ ਪਰਖ ਹੋਣੀ ਸੱਚੇ ਦਰਬਾਰ ਵਿੱਚ।
ਤੇ ਧਰਮ ਰਾਏ ਨੇ ਜਾ ਕੇ ਬੇਨਤੀ ਕੀਤੀ ਅਕਾਲ ਪੁਰਖ ਅੱਗੇ ਕਿ ਮਹਾਰਾਜ ਆ ਜੀਵ ਇੰਨੇ ਸਵਾਸ ਲੈ ਕੇ ਗਿਆ ਸੀ ਤੁਹਾਡੇ ਕੋਲੋਂ ਤੇ ਆਹ ਕੁਛ ਖੱਟ ਕੇ ਲਿਆਇਆ। ਮਹਾਰਾਜ ਕਹਿਣ ਲੱਗੇ ਵੀ ਹਿਸਾਬ ਕਰੋ, ਇਹਦਾ ਗਿਣਤੀ ਕਰੋ। ਧਰਮ ਰਾਏ ਨੂੰ ਬਿਠਾਤਾ ਗਿਣਤੀ ਕਰਨ ਵਾਸਤੇ। ਨਾਨਕ ਜੀ ਉਪਾਏ ਕੇ ਲਿਖਨਾਵੇ ਧਰਮ ਬਹਾਲਿਆ। ਉੱਥੇ ਸੱਚੇ ਹੀ ਸੱਚ ਨਿਬੜੇ ਚੋਂ ਵੱਖ ਕੱਢੇ ਜਜਮਾਲਿਆ। ਥਾਂ ਨਾ ਪੈਣ ਕੂੜਿਆ ਮੂੰਹ ਕਾਲੇ ਦੋਜਕ ਚਾਲਿਆ। ਤੇਰੇ ਨਾਏ ਰਤੇ ਸੀ ਜਿਣ ਗਏ ਹਾਰ ਗਏ ਸੀ ਠੱਗਣ ਵਾਲਿਆ। ਲਿਖਨਾਵੇ ਧਰਮ ਬਹਾਲਿਆ। ਧਰਮ ਰਾਏ ਨੂੰ ਬਿਠਾਇਆ ਹੁਣ ਹਿਸਾਬ ਕਰਨ ਵਾਸਤੇ। ਕਹਿੰਦੇ ਇੰਨੀ ਬਰੀਕੀ ਨਾਲ ਹਿਸਾਬ ਕਰ ਰਿਹਾ, ਇੱਕ ਇੱਕ ਸਵਾਸ ਦੇ 12ਵੇਂ ਹਿੱਸੇ ਤੱਕ ਦੇਖਦਾ ਕਿਤੇ ਮੈਲ ਤਾਂ ਨਹੀਂ ਲੱਗੀ। ਘੜੀ ਮੋਹਤ ਕਾ ਲੇਖਾ ਲੇਵੇ ਰਤੀਓਂ ਮਾਸਾ ਤੋਲ ਕਢਾਵਣਿਆ। ਇੰਨੀ ਬਰੀਕੀ ਨਾਲ ਜੋ ਹਿਸਾਬ ਹੋਣ ਲੱਗਾ ਤੇ ਅਕਾਲ ਪੁਰਖ ਕਹਿਣ ਲੱਗੇ ਧਰਮ ਰਾਏ ਨੂੰ ਵੀ ਪੜ੍ਹ ਕੇ ਸੁਣਾ ਕਿੱਥੇ ਕਿੱਥੇ ਖਰਚ ਕੀਤੇ। ਹੁਣ ਧਰਮ ਰਾਏ ਪੜ੍ਹ ਕੇ ਸੁਣਾਉਣ ਲੱਗਾ। ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਨ ਸੰਸਾਰ। ਕਹਿੰਦੇ ਮਹਾਰਾਜ ਜਦੋਂ ਇਹ ਸੰਸਾਰ ਵਿੱਚ ਗਿਆ ਸੀ ਉਦੋਂ ਵੀ ਰੋਂਦਾ ਹੀ ਗਿਆ। ਉੱਥੇ ਵੀ ਸਾਰੀ ਉਮਰ ਕਹਿੰਦੇ ਤ੍ਰਿਸ਼ਨਾ ਵਿੱਚ ਜਲਦਾ ਰਿਹਾ, ਕੋਈ ਸੁੱਖ ਨਹੀਂ ਮਾਣਿਆ। ਤੇ ਹੁਣ ਜਦੋਂ ਫੜ ਕੇ ਲਿਆਂਦਾ ਇਹਨੂੰ ਉਦੋਂ ਵੀ ਰੋਂਦਾ ਹੀ ਆਇਆ। ਮਹਾਰਾਜ ਕਹਿੰਦੇ ਅੱਗੇ ਪੜ੍ਹੋ। ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਨ ਸੰਸਾਰ। ਦੁੱਖ ਦੁੱਖ ਅੱਗੇ ਆਖੀਏ ਪੜ੍ਹ ਪੜ੍ਹ ਕਰੇ ਵਿਚਾਰ। ਦੁੱਖ ਦੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਈ। ਧਰਮ ਰਾਏ ਕਹਿੰਦੇ ਮਹਾਰਾਜ ਸਿਫਤ ਸਲਾਹ ਦਾ ਇੱਕ ਵਿਸ਼ਵਾਸ ਨਹੀਂ। ਸਾਰਾ ਕਹਿੰਦੇ ਅਸੀਂ ਦੁੱਖ ਹੀ ਦੁੱਖ ਕਿੰਨੇ ਇਕੱਠਾ ਕੀਤਾ ਹੈ, ਮਾਇਆ ਵਿੱਚ ਹੀ ਸਾਰੇ ਖਰਚ ਕੀਤੇ ਨੇ। ਤੇ ਮਹਾਰਾਜ ਕਹਿੰਦੇ ਇਹ ਕਰਦਾ ਕੀ ਰਿਹਾ ਉੱਥੇ ਜਾ ਕੇ। ਧਰਮ ਰਾਏ ਕਹਿੰਦਾ ਜੀ ਇਹ ਨਾਮ ਤੋਂ ਆਕੀ ਰਿਹਾ। ਤੇ ਨਾਮ ਤੋਂ ਜਿਹੜਾ ਜੀਵ ਆਕੀ ਹੁੰਦਾ ਹੈ ਉਹ ਜੋ ਵੀ ਕਰਮ ਕਰਦਾ ਉਹਨੂੰ ਪਾਪ ਗਿਣਿਆ ਜਾਂਦਾ। ਨਾਮ ਕੀ ਹੈ? ਨਾਮ ਪਰਮਾਤਮਾ ਦੀ ਆਵਾਜ਼ ਹੈ ਜੋ ਸਾਡੇ ਅੰਦਰ ਚੱਲਦੀ ਸਹਿਜ ਤੋਂ। ਜਦੋਂ ਅਸੀਂ ਉਸ ਨਾਮ ਤੋਂ ਦੂਰ ਹੋ ਜਾਂਦੇ ਹਾਂ, ਉਸ ਆਵਾਜ਼ ਨੂੰ ਨਹੀਂ ਸੁਣਦੇ, ਉਦੋਂ ਸਾਨੂੰ ਕਹਿੰਦੇ ਹੁਕਮ ਤੋਂ ਆਕੀ ਨੇ। ਜਿਹੜੇ ਜੀਵ ਉਸ ਨਾਮ ਦੇ ਦਾਇਰੇ ਵਿੱਚ ਰਹਿੰਦੇ ਨੇ ਉਹਨੂੰ ਕਹਿੰਦੇ ਹੁਕਮ ਵਿੱਚ ਨੇ। ਇਹੀ ਤੇ ਗੁਰਮੁਖ ਦਾ ਮਨਮੁਖ ਦਾ ਫਰਕ ਹੈ। ਧਰਮ ਰਾਏ ਕਹਿੰਦੇ ਜਿਸ ਨੇ ਨਾਮ ਤੋਂ ਆਕੀ ਰਿਹਾ, ਕਦੇ ਨਾਮ ਜਪਿਆ ਨਹੀਂ ਤੇ ਸਾਰੀ ਉਮਰ ਪਾਪ ਕੀਤੇ ਨੇ। ਤੇ ਮਹਾਰਾਜ ਕਹਿੰਦੇ ਜਿੱਥੇ ਪਾਪੀ ਦੀ ਜਗ੍ਹਾ ਉੱਥੇ ਇਹਨੂੰ ਭੇਜ ਦਿੱਤਾ ਜਾਵੇ। ਫੈਸਲਾ ਕਰ ਦਿੱਤਾ। ਪਾਪੀ ਕਾ ਕਰ ਅਗਨੇ ਮਾਹੇ ਜਲਤ ਰਹੇ ਮਿਟਵੇ ਕਬ ਨਾਹੀ। ਹਰ ਕੀ ਭਗਤ ਨਾ ਦੇਖੇ ਜਾਏ ਮਾਰਗ ਛੋੜ ਮਾਰਗ ਪਾਏ ਮੂਲੋਂ ਪੁੱਲਾ ਆਵੇ ਜਾਏ। ਫੈਸਲਾ ਹੋ ਗਿਆ, ਕਹਿੰਦੇ ਅਗਨ ਵਿੱਚ ਭੇਜ ਦਿਓ। ਇਹਨੂੰ ਜਨਮ ਨਹੀਂ ਲੈਣ ਦੇਣਾ। ਹੁਣ ਗਰਭ ਦੇ ਵਿੱਚ ਬਾਰ-ਬਾਰ ਇਹਨੂੰ ਮਾਰਨਾ। ਕਹਿੰਦੇ ਮਨ ਚੰਚਲ ਬੋ ਚੋਟਾਂ ਖਾਏ ਇੱਥੋਂ ਛੁੱਟ ਕੇ ਠੌਰ ਨਾ ਪਾਏ। ਗਰਭ ਜੋਨ ਵਿਸ਼ਟਾ ਕਾ ਵਾਸ ਤਿਤ ਕਰ ਮਨ ਕਰੇ ਨਿਵਾਸ। ਮਨਮੁਖ ਨੂੰ ਕਹਿੰਦੇ ਬਾਰ-ਬਾਰ ਗਰਭ ਦੇ ਵਿੱਚ ਸਾੜਦੇ ਨੇ। ਇਹ ਸਜ਼ਾ ਮਿਲਦੀ ਹੈ। ਹੁਣ ਇਸ ਨੂੰ ਸਜ਼ਾ ਮਿਲ ਗਈ ਹੈ ਮਨ ਨੂੰ। ਤੇ ਇੱਧਰ ਕਹਿੰਦੇ ਇਹਦਾ ਸਰੀਰ ਜਿਹੜਾ ਪਿਆ ਹੈ, ਬਹੁਤ ਲੋਕ ਇਕੱਠੇ ਹੋਏ ਨੇ ਤੇ ਹੁਣ ਇਸ ਨੂੰ ਲੈ ਗਏ ਨੇ ਸ਼ਮਸ਼ਾਨ ਘਾਟ। ਬਹੁਤ ਭੀੜ ਲੱਗੀ ਹੋਈ ਆ, ਅਮੀਰ ਬੜਾ ਬੰਦਾ। ਉੱਥੇ ਕਹਿੰਦੇ ਹੁਣ ਇਸ ਨੂੰ ਚਿਖਾ ਤੇ ਰੱਖ ਦਿੱਤਾ ਇਸ ਦੇਹ ਨੂੰ। ਤੇ ਲੋਕ ਗੱਲਾਂ ਕਰ ਰਹੇ ਨੇ। ਕੋਈ ਕਹਿੰਦੇ ਵੀ ਬੰਦਾ ਬੜਾ ਅਮੀਰ ਸੀ, ਬੜਾ ਪੈਸਾ ਕਮਾਇਆ। ਕੁਛ ਕਹਿੰਦੇ ਲੋਕਾਂ ਨੇ ਤਾਂ ਲੁੱਟਿਆ ਸੀ, ਸਾਰੀ ਉਮਰ ਕੋਈ ਚੰਗਾ ਕੰਮ ਨਹੀਂ ਕੀਤਾ। ਇਸ ਤਰ੍ਹਾਂ ਕਹਿੰਦੇ ਕੋਈ ਉਹਦੀ ਨਿੰਦਾ ਕਰ ਰਿਹਾ, ਕੋਈ ਉਸਤਤ ਕਰ ਰਿਹਾ। ਪਰ ਉੱਥੇ ਕਹਿੰਦੇ ਇੱਕ ਗੁਰਮੁਖ ਖੜਾ ਹੈ ਜੋ ਕਹਿੰਦੇ ਸਹਿਜ ਵਿੱਚ ਜਾ ਕੇ ਵਿਚਾਰ ਕਰਨ ਲੱਗਿਆ ਕਿ ਇਹ ਜੀਵ ਸੰਸਾਰ ਵਿੱਚ ਆਇਆ ਸੀ ਤੇ ਕੀ ਲੈ ਕੇ ਆਇਆ ਸੀ ਤੇ ਨਾਲ ਹੁਣ ਕੀ ਲੈ ਕੇ ਜਾ ਰਿਹਾ। ਕਹਿੰਦੇ ਉਹ ਵਿਚਾਰ ਕਰਦਾ ਕਰਦਾ ਇੰਨਾ ਸਹਿਜ ਵਿੱਚ ਚਲਾ ਗਿਆ ਜਿੱਥੇ ਸਾਡੇ ਅੰਦਰ ਨਾਮ ਦੇ ਵਿੱਚ ਤੱਤ ਪਰੋਏ ਨੇ। ਕਾਇਆ ਤੇ ਨਾਮ ਦਾ ਸੰਜੋਗ ਹੈ। ਉੱਥੇ ਜਦੋਂ ਮਨ ਪਹੁੰਚਿਆ ਦਰ ਤੇ, ਕਹਿੰਦੇ ਉਹ ਜਿਹੜੇ ਤੱਤ ਸੀ ਕਾਇਆ ਉਹ ਖੁਸ਼ ਹੋ ਗਈ ਦੇਖ ਕੇ ਤੇ ਮਨ ਨੂੰ ਫਿਰ ਬੇਨਤੀ ਕਰਨ ਲੱਗੀ। ਉਹ ਜੋ ਉਹਨਾਂ ਦੇ ਆਪਸ ਵਿੱਚ ਵਿਚਾਰ ਹੋਏ, ਪੰਜਵੇਂ ਪਾਤਸ਼ਾਹ ਨੇ ਉਹ ਬਾਣੀ ਵਿੱਚ ਦਰਜ ਕੀਤੇ ਨੇ। ਇਹ ਸ਼ਮਸ਼ਾਨ ਘਾਟ ਤੇ ਖੜੇ ਗੁਰਮੁਖ ਦੀ ਅਵਸਥਾ ਲਿਖ ਰਹੇ ਨੇ। ਮਹਾਰਾਜ ਨੇ ਮਨ ਨੂੰ ਪਿਰ ਦਾ ਨਾਂ ਦਿੱਤਾ ਹੈ ਤੇ ਕਾਇਆ ਨੂੰ ਧਨ ਦਾ, ਤੇ ਦੋਨਾਂ ਦੇ ਬਚਨ ਕਰਾ ਰਹੇ ਨੇ। ਕਾਇਆ ਹੁਣ ਬੇਨਤੀ ਕਰਦੀ ਹੈ
ਕਿ ਦੇਖ ਜੇ ਸਾਹਮਣੇ ਜਿਹੜੀ ਦੇਹੀ ਚੱਲ ਰਹੀ ਹੈ, ਇਹ ਵੀ ਸਾਡੇ ਵਰਗੀ ਸੀ। ਜਦ ਤੱਕ ਇਹਦਾ ਮਨ ਪਤੀ ਇਹਦੇ ਨਾਲ ਸੀ, ਇਹਦੀ ਬੜੀ ਇੱਜ਼ਤ ਸੀ, ਲੋਕ ਸਤਿਕਾਰ ਕਰਦੇ ਸੀ। ਹੁਣ ਇਸ ਨੂੰ ਛੱਡ ਕੇ ਚਲਾ ਗਿਆ, ਹੁਣ ਇਹਦੀ ਕੋਈ ਇੱਜ਼ਤ ਨਹੀਂ, ਇਹਨੂੰ ਚੱਕ ਕੇ ਅੱਗ ਵਿੱਚ ਸਾੜ ਦਿੱਤਾ। ਜੇ ਤੂੰ ਸਾਨੂੰ ਵੀ ਛੱਡ ਕੇ ਚਲਾ ਗਿਆ, ਸਾਡੀ ਵੀ ਇਹੀ ਹਾਲਤ ਹੋਏਗੀ, ਤੇ ਤੂੰ ਵਾਅਦਾ ਕਰਕੇ ਸਾਨੂੰ ਛੱਡ ਕੇ ਨਹੀਂ ਜਾਏਗਾ। ਕਿਸ ਤਰ੍ਹਾਂ ਉਹ ਬੇਨਤੀ ਕਰ ਰਹੀ ਹੈ, ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰੈ ਸੁਖਵਾਸੀ ਬਾਲ ਗੋਪਾਲੀ, ਤੁਝੇ ਬਿਨਾ ਕਿਤੇ ਹੀ ਨਾ ਲੇਖੇ, ਵਚਨ ਦੇ ਛੋੜ ਨਾ ਜਾਸਾ ਹੈ। ਉਹ ਕਹਿੰਦੀ ਤੂੰ ਵਾਅਦਾ ਕਰਕੇ ਮੈਨੂੰ ਛੱਡ ਕੇ ਨਹੀਂ ਜਾਏਗਾ, ਮੇਰੇ ਅੰਦਰ ਹੀ ਵਸਤ ਸੁੱਖ ਮਾਨ। ਹੁਣ ਮਨ ਜਿਹੜਾ ਗੁਰਮੁਖ ਜਾਗਿਆ ਹੋਇਆ, ਉਹ ਹੁਕਮ ਵਿੱਚ ਹੈ। ਉਹ ਕਹਿੰਦਾ ਮੈਂ ਪਰਮਾਤਮਾ ਦਾ ਭੇਜਿਆ ਹੋਇਆ ਹਾਂ ਤੇਰੇ ਵਿੱਚ, ਜਿੰਨਾ ਮੈਨੂੰ ਹੁਕਮ ਹੈ ਉਨਾ ਸਮਾਂ ਮੈਂ ਤੇਰੇ ਨਾਲ ਰਹਾਂਗਾ। ਜਦੋਂ ਮੈਨੂੰ ਬੁਲਾਵਾ ਆ ਗਿਆ, ਮੈਨੂੰ ਜਾਣਾ ਪਵੇਗਾ। ਫਿਰ ਕਿਹਾ ਹੂੰ ਹੁਕਮੀ ਬੰਦਾ, ਉਹ ਭਾਰੋ ਠਾਕਰ ਜਿਸ ਕਾਮ ਨਾ ਛੰਦਾ, ਜਿਚਰ ਰਾਖੇ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਦਾਸਾ ਹੈ। ਕਹਿੰਦੇ ਪਰਮਾਤਮਾ ਨੂੰ ਕਿਸੇ ਦੀ ਕਾਣ ਨਹੀਂ, ਉਹ ਕਿਸੇ ਦਾ ਮੁਹਤਾਜ ਨਹੀਂ ਕਿ ਕਿਸੇ ਦੇ ਕਹਿਣ 'ਤੇ ਉਮਰ ਵਧਾ ਦੇਗਾ। ਜਿੰਨਾ ਕਹਿੰਦੇ ਸਮਾਂ ਮਿਲਿਆ ਉਹਨਾਂ ਚਿਰ ਮੈਂ ਤੇਰੇ ਨਾਲ ਰਹਿ ਸਕਦਾ। ਜਦੋਂ ਉਸਨੇ ਮੈਨੂੰ ਬੁਲਾ ਲਿਆ, ਮੈਨੂੰ ਜਾਣਾ ਪਏਗਾ। ਹੁਣ ਮਨ ਨੇ ਤਾਂ ਸੱਚ ਬਚਨ ਕਹੇ, ਪਰ ਕਾਇਆ ਜਿਹੜੀ ਉਹ ਚੰਚਲ ਹੈ, ਮਨਮੁਖ ਹੈ, ਉਹ ਮੰਨਣ ਨੂੰ ਤਿਆਰ ਨਹੀਂ। ਜਿਸ ਤਰ੍ਹਾਂ ਆਪਾਂ ਨਹੀਂ ਮੰਨਦੇ ਕਿ ਅਸੀਂ ਮਰ ਜਾਣਾ। ਜੋ ਪ੍ਰੈ ਬਚਨ ਕਹੇ ਤਨ ਸਾਚੇ, ਕਹਿੰਦੇ ਕਾਇਆ ਚੰਚਲ ਹੈ, ਤਨ ਚੰਚਲ। ਜੋ ਪ੍ਰੈ ਬਚਨ ਕਹੇ ਜੋ ਪ੍ਰੈ ਬਚਨ ਕਹੇ ਤਨ ਸਾਚੇ, ਚੰਚਲ ਤਨ ਕਛੁ ਨ ਸਮਝੇ ਚੰਚਲ ਕਾਚੇ, ਬਹੁਰ ਬਹੁਰ ਪਿਰਹੀ ਸੰਗ ਮੰਗੇ, ਉਹ ਬਾਤ ਜਾਣੇ ਕਰ ਹਾਸਾ ਹੈ। ਉਹ ਕਹਿੰਦੀ ਮੈਨੂੰ ਮਜ਼ਾਕ ਕਰਦਾ ਹੈ, ਇਹ ਛੱਡ ਕੇ ਨਹੀਂ ਜਾਏਗਾ। ਪਰ ਕਹਿੰਦੇ ਅਜੇ ਇਹਨਾਂ ਦੇ ਬਚਨ ਹੋ ਹੀ ਰਹੇ ਸੀ, ਐਨੇ ਨੂੰ ਕਹਿੰਦੇ ਉਸ ਨੂੰ ਵੀ ਹੁਕਮ ਆ ਗਿਆ। ਗੁਰਮੁਖ ਦਾ ਵੀ ਕਹਿੰਦੇ ਸਮਾਂ ਪੂਰਾ ਹੋ ਗਿਆ, ਖੜੇ ਖੜੇ ਉੱਥੇ। ਤੇ ਪਰਮਾਤਮਾ ਨੇ ਆਵਾਜ਼ ਮਾਰ ਲਈ ਕਿ ਵਾਪਸ ਆ ਜਾ। ਆਈ ਆਗਿਆ ਫਿਰ ਉਹ ਬੁਲਾਇਆ, ਨਾ ਤਨ ਪੁੱਛੀ ਨਾ ਮਤਾ ਪਕਾਇਆ, ਊਠ ਸਦਾਇਓ ਸ਼ੂਟਰ ਮਾਟੀ, ਦੇਖ ਨਾਨਕ ਮਿਥਨ ਮਹਾਸਾ। ਕਹਿੰਦੇ ਨਾ ਉਸਨੇ ਕਾਇਆ ਨਾ ਕੋਈ ਸਲਾਹ ਕੀਤੀ, ਨਾ ਕੋਈ ਮਤਾ ਪਕਾਇਆ। ਜਿਵੇਂ ਹੁਕਮ ਆਇਆ, ਕਹਿੰਦੇ ਸਰੀਰ ਨੂੰ ਛੱਡ ਕੇ ਮਨ ਚਲਾ ਗਿਆ। ਹੁਣ ਇਹ ਗੁਰਮੁਖ ਕਿਵੇਂ ਜਾ ਰਿਹਾ ਵਾਪਸ? ਮਨੁੱਖ ਤਾਂ ਆਪਾਂ ਦੇਖ ਲਿਆ ਕਿਵੇਂ ਉਸਨੂੰ ਲਿਆਏ ਕੱਢ ਕੇ ਨਦੀ ਵਿੱਚ। ਕਹਿੰਦੇ ਗੁਰਮੁਖ ਸ਼ਬਦ ਵਿੱਚ ਸਮਾ ਕੇ ਜਾ ਰਿਹਾ, ਕਿਉਂਕਿ ਉਸਨੂੰ ਸ਼ਬਦ ਦਾ ਭੇਦ ਹੈ, ਉਹ ਸ਼ਬਦ ਰੋਜ਼ ਸੁਣਦਾ। ਜਿਵੇਂ ਆਵਾਜ਼ ਆਈ, ਸ਼ਬਦ ਤੇਜ਼ ਹੋਏ, ਉਸਨੇ ਸਮਝ ਲਿਆ ਕਿ ਹੁਕਮ ਆ ਗਿਆ। ਉਸਨੇ ਕਾਇਆ ਨੂੰ ਛੱਡਿਆ, ਸ਼ਬਦ ਸਮਾਇਆ ਤੇ ਵਾਪਸ ਜਾ ਰਿਹਾ। ਜਿਸ ਰਸਤੇ ਜਾ ਰਿਹਾ, ਕਹਿੰਦੇ ਇੱਥੇ ਭੀੜ ਲੱਗੀ ਹੋਈ ਹੈ। ਕਈ ਜੀਵ ਇੱਧਰ ਆ ਰਹੇ ਨੇ ਸੰਸਾਰ ਵਿੱਚ, ਕਈ ਜਾ ਰਹੇ ਨੇ। ਜੈ ਆਵਟੇ ਬਹੁਤ ਕੰਸਾਰ, ਪਾਰ ਬ੍ਰਹਮ ਕੇ ਸੰਗੀ ਸਾਰ, ਚਿੱਤਰ ਗੁਪਤ ਸਾ ਪੂਛਤ ਲੇਖਾ, ਭਗਤ ਜਨਾਂ ਕੋ ਦਿਸ਼ ਨ ਭੇਖਾ। ਕਹੋ ਨਾਨਕ ਜੇ ਸਤਿਗੁਰ ਪੂਰਾ, ਵਾਜੇ ਤਾਕੇ ਆਨੰਦ ਤੂਰਾ। ਕਹਿੰਦੇ ਇਹਦੇ ਅੱਗੇ ਹੁਣ ਤੂਰ ਵੱਜਦਾ ਜਾ ਰਿਹਾ, ਰਸਤਾ ਸਭ ਛੱਡੀ ਜਾ ਰਹੇ ਨੇ। ਚਿੱਤਰਗੁਪਤ ਵੀ ਕਹਿੰਦੇ ਅੱਖ ਚੱਕ ਕੇ ਨਹੀਂ ਦੇਖਦੇ ਇਹਦੇ ਵੱਲ, ਕਿਉਂਕਿ ਸ਼ਬਦ ਸਮਾਇਆ ਹੋਇਆ। ਤੇ ਚੱਲਦੇ ਚੱਲਦੇ ਪਹੁੰਚ ਗਿਆ ਧਰਮਰਾਜ ਦੀ ਕਚਹਿਰੀ ਤੇ। ਅੱਗੇ ਧਰਮਰਾਜ ਖੜਾ ਹੈ, ਉਹ ਪਰਮਾਤਮਾ ਅੱਗੇ ਬੇਨਤੀਆਂ ਕਰਦਾ ਕਿ ਮਨਮੁਖਾਂ ਨੂੰ ਸਜ਼ਾ ਦੇ ਦੇ ਕੇ ਮੈਂ ਆਪਣੇ ਆਪ ਨੂੰ ਪਾਪੀ ਸਮਝਣ ਲੱਗ ਗਿਆ। ਮੇਰਾ ਜਿਹੜਾ ਇਹ ਸਥਾਨ ਹੈ ਅਪਵਿੱਤਰ ਹੋ ਗਿਆ ਮਨਮੁਖਾਂ ਨੇ। ਤੁਸੀਂ ਕਿਸੇ ਗੁਰਮੁਖ ਨੂੰ ਭੇਜੋ, ਮੇਰਾ ਸਥਾਨ ਪਵਿੱਤਰ ਹੋ ਜੇ। ਨਾਮ ਧਿਆਨ ਸਾਜਣਾ ਜਨਮ ਪਦਾਰਥ ਜੀ, ਨਾਨਕ ਧਰਮ ਐਸੇ ਚਵੇ, ਕੀਤੋ ਪਵਨ ਪੁਨੀਤ। ਜਿਵੇਂ ਕਹਿੰਦੇ ਉੱਥੇ ਗੁਰਮੁਖ ਪਹੁੰਚਿਆ, ਉਹ ਧਰਮਰਾਜ ਕਹਿਣ ਲੱਗਾ ਕਿ ਧੰਨਵਾਦ ਤੇਰਾ, ਤੂੰ ਮੇਰਾ ਸਥਾਨ ਪਵਿੱਤਰ ਕੀਤਾ। ਗੁਰਮੁਖ ਕਹਿੰਦਾ ਵੀ ਮੇਰਾ ਹਿਸਾਬ ਕਿਤਾਬ ਕੱਢ, ਕੀ ਲੈਣਾ ਦੇਣਾ ਦੱਸੋ। ਉਹ ਕਹਿੰਦਾ ਤੁਹਾਡਾ ਹਿਸਾਬ ਤਾਂ ਪਹਿਲਾਂ ਹੀ ਪਰਮਾਤਮਾ ਨੇ ਲੈ ਕੇ ਪਾੜ ਦਿੱਤਾ। ਧਰਮਰਾਜ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝ।
ਕਹਿੰਦੇ ਤੁਹਾਡੇ ਤਾਂ ਸਿਫਤ ਸਲਾਹ ਦੇ ਭੰਡਾਰ ਭਰੇ ਹੋਏ ਨੇ, ਗੁਰਮੁਖ ਪਾਸੋਂ ਲੇਖਾ ਨਿਬੜੇ ਬਖਸ਼ੇ ਸਿਫਤ ਭੰਡਾਰ। ਕਹਿੰਦੇ ਇੱਥੋਂ ਸੁਰਖਰੂ ਹੋ ਕੇ ਹੁਣ ਗੁਰਮੁਖ ਜਿਹੜਾ ਹੈ ਸੱਚਖੰਡ ਜਾ ਰਿਹਾ, ਤੇ ਅੱਗੇ ਪ੍ਰਮਾਤਮਾ ਆਪਣੇ ਬੱਚੇ ਦਾ ਇੰਤਜ਼ਾਰ ਕਰ ਰਿਹਾ। ਜਿਵੇਂ ਸੱਚਖੰਡ ਵਿੱਚ ਗਿਆ, ਪਰਮਾਤਮਾ ਨੇ ਅੰਦਰ ਬੁਲਾ ਲਿਆ, ਖੋਲ ਕੁਵਾਰਾ ਮਹਿਲ ਬੁਲਾਇਆ। ਜਿਵੇਂ ਕਹਿੰਦੇ ਅੰਦਰ ਪ੍ਰਵੇਸ਼ ਕੀਤਾ, ਪਰਮਾਤਮਾ ਨੇ ਛਾਤੀ ਨਾਲ ਲਾ ਲਿਆ, ਗਲ ਨਾਲ ਲਾ ਕੇ ਸ਼ਾਬਾਸ਼ ਦਿੱਤੀ। ਜੋ ਜਨ ਹਰ ਪ੍ਰਭ ਹਰ ਹਰ ਸ਼ਰਨਾ, ਤਿਨ ਦਰਗੇ ਹਰ ਹਰ ਦੇ ਵਡਿਆਈ। ਧੰਨ ਧੰਨ ਸ਼ਬਾਸ਼ ਕਹੇ ਪ੍ਰਭ ਜਨ ਕੋ, ਜਨ ਨਾਨਕ ਮੇਲ ਲਈ ਗੱਲ ਆਈ। ਗਲ ਨਾਲ ਲਾ ਕੇ ਸ਼ਾਬਾਸ਼ ਦਿੱਤੀ, ਕਿਉਂਕਿ ਸਾਰੀ ਉਮਰ ਹੁਕਮ ਵਿੱਚ ਰਿਹਾ। ਤੇ ਮਹਾਰਾਜ ਕਹਿੰਦੇ ਇਸ ਨਾਟਕ ਦਾ ਅੰਤ ਇਹ ਹੈ ਕਿ ਗੁਰਮੁਖ ਨੂੰ ਅੰਤ ਸਮੇਂ ਦਰਗਾਹ ਸਤਿਕਾਰ ਮਿਲਿਆ ਤੇ ਮਨਮੁਖ ਨੂੰ ਸਜ਼ਾ ਮਿਲੀ। ਦ੍ਰਿਸ਼ਟਮਾਨ ਵਿੱਚ ਇਸ ਨੂੰ ਹੁੰਦਾ ਹੈ, ਹਰ ਨਾਟਕ ਦਾ ਇਹੀ ਅੰਤ ਹੁੰਦਾ। ਇਹ ਵੀ ਇੱਕ ਨਾਟਕ ਹੈ ਜੋ ਅਸੀਂ ਖੇਲ ਰਹੇ ਹਾਂ, ਇਸ ਨੂੰ ਰਾਸ ਮੰਡਲ ਕਹਿੰਦੇ ਨੇ। ਤੇ ਇਹਦੇ ਵਿੱਚ ਅਲੱਗ-ਅਲੱਗ ਸਾਨੂੰ ਰੋਲ ਦਿੱਤੇ ਹੋਏ ਨੇ, ਕਿਸੇ ਨੂੰ ਇਸਤਰੀ ਦਾ, ਕਿਸੇ ਨੂੰ ਪੁਰਖ ਦਾ, ਕਿਸੇ ਨੂੰ ਬੱਚੇ ਦਾ, ਕਿਸੇ ਨੂੰ ਬੁੱਢੇ ਦਾ, ਪਰ ਮਨ ਦੀ ਜੋਤ ਇੱਕੋ ਹੀ ਹੈ। ਉਹ ਸਾਰਿਆਂ ਦਾ ਫੈਸਲਾ ਉਸ ਸਮੇਂ ਜਾ ਕੇ ਹੋਣਾ ਹੁੰਦਾ। ਤੇ ਮਹਾਰਾਜ ਕਹਿੰਦੇ ਜਿਹੋ ਜਿਹਾ ਜੀਵ ਇੱਥੇ ਕਰਮ ਕਰਦਾ ਹੈ, ਉਹੋ ਜਿਹਾ ਉਸਨੂੰ ਫਲ ਪ੍ਰਾਪਤ ਹੁੰਦਾ ਹੈ। ਹੁਣ ਦੋਨਾਂ ਦਾ ਨਿਚੋੜ ਮਹਾਰਾਜ ਨੇ ਕੱਢ ਕੇ ਰੱਖਤਾ ਕਿ ਗੁਰਮੁਖ ਨੂੰ ਕੀ ਉੱਥੇ ਨਾਮ ਮਿਲਿਆ, ਕਿਸ ਦਾ ਸਤਿਕਾਰ ਮਿਲਿਆ, ਪਰਮਾਤਮਾ ਨੇ ਗੱਲ ਨਾਲ ਲਾਇਆ ਉਸ। ਤੇ ਮਨਮੁਖ ਨੂੰ ਕਹਿੰਦੇ ਅਗਨ ਵਿੱਚ ਭੇਜ ਦਿੱਤਾ ਸੜਨ ਵਾਸਤੇ। ਉਹ ਮਹਾਰਾਜ ਕਹਿੰਦੇ ਹੁਣ ਤੁਸੀਂ ਮਨਮੁਖ ਬਣਨਾ ਜਾਂ ਗੁਰਮੁਖ ਬਣਨਾ, ਇਹ ਹੁਣ ਤੁਹਾਡੀ ਮਰਜ਼ੀ ਹੈ। ਕਹਿੰਦੇ ਜੋ ਬਣਨਾ ਚਾਹੁੰਦੇ ਉਹੀ ਬਣਾ ਦਿਆਂਗੇ। ਕਹਿੰਦੇ ਜੇ ਗੁਰਮੁਖ ਬਣਨਾ ਤਾਂ ਨਾਮ ਜਪਣਾ ਪਏਗਾ, ਸਿਮਰਨ ਕਰਨਾ ਪਏਗਾ। ਤੇ ਮਨਮੁਖ ਬਣਨਾ ਕਹਿੰਦੇ ਫਿਰ ਖਾਓ ਪੀਓ ਆਨੰਦ ਲਓ। ਕਹਿੰਦੇ ਅਗਲੀਆਂ ਜੂਨਾਂ ਤਿਆਰ ਨੇ, ਉੱਥੇ ਭੇਜ ਦਿੱਤੇ ਜਾਓਗੇ। ਹੁਣ ਫੈਸਲਾ ਮਹਾਰਾਜ ਨੇ ਸਾਡੇ 'ਤੇ ਛੱਡ ਦਿੱਤਾ ਕਿ ਅਸੀਂ ਕੀ ਬਣਨਾ ਚਾਹੁੰਦੇ ਹਾਂ। ਸੋ ਮਹਾਰਾਜ ਕਹਿੰਦੇ ਮੌਕਾ ਮਿਲਿਆ ਹੈ ਪਰਮਾਤਮਾ ਨੂੰ ਮਿਲਣ ਦਾ, ਗੁਰਮੁਖ ਬਣ ਕੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਗਿਆਨ ਲੈ ਲਓ। ਇਹ ਕਹਿੰਦੇ ਵਿਅਰਥ ਨਾ ਗਵਾ ਲਓ ਮੌਕਾ, ਇਹ ਵਾਰ-ਵਾਰ ਨਹੀਂ ਮਿਲਣਾ ਤੁਹਾਨੂੰ। ਸੋ ਇੰਨੇ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਸ਼ਬਦ ਵੀ ਕਹਿੰਦੇ ਵੱਧ ਘੱਟ ਕੋਈ ਅੱਖਰ ਬੋਲਿਆ ਜਾਂਦਾ ਹੈ। ਸਾਧ ਸੰਗ ਬਖਸ਼ਣ ਜੋਗਾ ਬਖਸ਼ ਲੈਣਾ ਜੀ।